ਲੋ ਬੇਟੇ, ਜਿਹੜਾ ਅੱਜ ਦਾ ਆਪਾਂ ਟੌਪਿਕ ਸ਼ੁਰੂ ਕਰਨਾ ਹੈ ਉਹ ਆਪਣਾ ਹੈਗਾ ਸਿਗਨੀਫੀਕੈਂਟ ਫਿਗਰਸ। ਸਕਰੀਨ ਨਜ਼ਰ ਆ ਰਹੀ ਹੈ ਬੇਟੇ? ਸਕਰੀਨ ਨਜ਼ਰ ਆ ਰਹੀ ਹੈ ਬੇਟੇ ਸਾਰਿਆਂ ਨੂੰ? ਠੀਕ ਹੈ ਬੇਟੇ। ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਆਪਣਾ ਕੀ ਹੈਗਾ ਬੇਟੇ? ਸਿਗਨੀਫੀਕੈਂਟ। ਠੀਕ ਹੈ ਜੀ। ਵਾਟ ਆਰ ਸਿਗਨੀਫੀਕੈਂਟ ਫਿਗਰਸ? ਸਿਗਨੀਫੀਕੈਂਟ ਦਾ ਮਤਲਬ ਕੀ ਹੁੰਦਾ ਬੇਟੇ? ਇੰਪੋਰਟੈਂਟ। ਠੀਕ ਹੈ ਜੀ। ਸਿਗਨੀਫੀਕੈਂਟ ਦਾ ਮਤਲਬ ਕੀ ਹੈ? ਇੰਪੋਰਟੈਂਟ। So what are significant figures? These are the figures which are important for us during a calculation. ਇਹ ਉਹ ਵਾਲੀਆਂ ਫਿਗਰਸ ਹੈ ਜਿਹੜੀਆਂ ਸਾਡੇ ਲਈ ਕੀ ਹੈਗੀਆਂ? ਇੰਪੋਰਟੈਂਟ। ਜਿਹੜੀਆਂ ਸਾਡੇ ਲਈ ਕੀ ਹੈ? ਇੰਪੋਰਟੈਂਟ। ਠੀਕ ਹੈ ਜੀ। ਆਪਾਂ ਕਹਿ ਸਕਦੇ ਹਾਂ, ਲਿਖਦੇ ਜਾਇਆ ਕਰੋ ਬੇਟੇ, these are the figures. Figures means number, numerical values ਹੈ ਜਿਹੜੀਆਂ, ਠੀਕ ਹੈ ਜੀ, which are important for us, important for us during a measurement या कैलकुलेशन। क्लियर होया कि नहीं है बेटे? कहने का मतलब ये है भी जो असी कोई कैलकुलेशन कर रहे हैं, ਜਿਹੜੀਆਂ ਫਿਗਰ ਸਾਡੇ ਲਈ ਇੰਪੋਰਟੈਂਟ ਹੈ, ਜਾਂ ਆਪਾਂ ਕਹੀਏ the figures which are accurately known to us, और ਆਪਾਂ ਕੀ ਕਹਿ ਸਕਦੇ हैं? the figures या numbers which are accurately known to us during a measurement। कहने का मतलब जो असी कोई भी माप तोल, कोई मेजरमेंट प्रोसैस कर रहे हैं, तो ਜਿਹੜੇ ਨੰਬਰਸ ਸਾਨੂੰ ਐਕੂਰੇਟਲੀ ਨੋਨ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਬੇਟੇ? ਸਿਗਨੀਫੀਕੈਂਟ ਫਿਗਰਸ। ਐਗਜ਼ਾਮਪਲ ਦੇਖੋ, ਮੰਨ ਲਓ ਆਪਣੇ ਕੋਲ ਜਿਓਮੈਟਰੀ ਬਾਕਸ ਦੇ ਵਿੱਚ ਕੀ ਹੁੰਦਾ ਬੇਟੇ ਮੈਜਰ ਕਰਨ ਵਾਸਤੇ? ਹਾਂਜੀ ਬੇਟੇ, ਹੈਲੋ, ਹਾਂਜੀ, ਸਕੇਲ। ਸਕੇਲ ਕੀ ਹੁੰਦਾ ਆਪਣੇ ਕੋਲੇ? ਇੱਕ ਸਕੇਲ ਹੁੰਦਾ ਜਿਹਨੂੰ ਆਪਾਂ ਕਹਿੰਦੇ ਰੂਲਰ ਜਾਂ ਸਕੇਲ। ਉਹਦੇ ਵਿੱਚ ਆਪਣੇ ਕੋਲ ਕੀ, ਕਿੱਥੋਂ ਤੱਕ ਆਪਾਂ ਵੈਲਿਊ ਲੈ ਸਕਦੇ ਹਾਂ? 1 ਡੈਸੀਮਲ ਪਲੇਸ ਤੱਕ ਕਿੰਨੀ ਵੈਲਿਊ ਲੈ ਸਕਦੇ ਹਾਂ ਉਹਦੇ ਵਿੱਚ ਆਪਾਂ? ਠੀਕ ਹੈ ਬੇਟੇ, ਕੈਲਕੂਲੇਸ਼ਨ ਕੀਤੀ ਹੈ ਨਾ ਉਹਦੇ ਨਾਲ। ਜਿਵੇਂ ਮੰਨ ਲਓ ਕੋਈ ਲਾਈਨ ਹੈ, ਠੀਕ ਹੈ ਜੀ, ਕੋਈ ਆਪਣੇ ਕੋਲ ਕੀ ਹੈ, ਲਾਈਨ ਹੈ, ਮੰਨ ਲਓ ਆ ਲਾਈਨ ਹੈ, ਮੰਨ ਲਓ ਆਪਾਂ ਇਹਦੀ ਲੈਂਥ ਮੈਜਰ ਕਰੀਏ, ਇਹਦੀ ਲੈਂਥ ਮੈਜਰ ਕਰੀ, ਮੰਨ ਲਓ ਇਹ ਆ ਜਾਏ 7.5 ਸੈਂਟੀਮੀਟਰ। ਕਿੰਨੀ ਆ ਜਾਏ? 7.5 ਸੈਂਟੀਮੀਟਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਕੀ ਮੈਂ ਇਹਨੂੰ ਐ ਲਿਖ ਸਕਦਾ 7.52 ਸੈਂਟੀਮੀਟਰ? ਸਕੇਲ ਨਾਲ ਮੈਜਰ ਨਹੀਂ ਕਰ ਸਕਦਾ। ਮੈਨੂੰ ਆ ਜਿਹੜਾ ਡਿਜਿਟ 2 ਹੈ ਬੇਟੇ, ਇਟ ਇਜ਼ ਨਾਟ
ਐਕੂਰੇਟਲੀ ਨੋਨ ਟੂ ਮੀ ਡਿਊਰਿੰਗ ਅ ਕੈਲਕੂਲੇਸ਼ਨ। ਇਹਦਾ ਮਤਲਬ ਜਿਹੜਾ ਡਿਜਿਟ 2 ਹੈ ਇਹ ਸਾਨੂੰ ਕੀ ਹੈ, ਐਕੂਰੇਟਲੀ ਨੋਨ ਨਹੀਂ ਹੈਗਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਮੇਰੀਆਂ ਸਿਗਨੀਫੀਕੈਂਟ ਫਿਗਰਸ ਕੀ ਹੋ ਗਈਆਂ? ਦੋ ਸਿਗਨੀਫੀਕੈਂਟ ਫਿਗਰਸ ਹੋ ਗਈਆਂ। ਕਿੰਨੀਆਂ ਹੋ ਗਈਆਂ? ਟੂ ਸਿਗਨੀਫੀਕੈਂਟ ਫਿਗਰਸ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਡਿਊਰਿੰਗ ਅ ਕੈਲਕੂਲੇਸ਼ਨ 7 ਐਂਡ 5 ਆਰ accurately known to a person who is taking the reading। clear ਹੋਇਆ ਕਿ ਨਹੀਂ ਹੋਇਆ? but 2 is not accurately known to him or her, so it is not important, it is not important। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਸਿਗਨੀਫੀਕੈਂਟ ਫਿਗਰਸ ਉਹ ਵਾਲੀਆਂ ਫਿਗਰਸ ਆ ਜਾਂ ਉਹ ਵਾਲੇ ਨੰਬਰ ਆ ਜਿਹੜੇ ਕੀ ਹੈ ਸਾਡੇ ਵਾਸਤੇ ਕੀ ਹੈ, ਇੰਪੋਰਟੈਂਟ ਫॉर ਅਸ ਡਿਊਰਿੰਗ ਅ ਮੈਜਰਮੈਂਟ, ਜਾਂ ਆਪਾਂ ਕਹੀਏ ਵਿਚ ਆਰ ਐਕੂਰੇਟਲੀ ਨੋਨ, which are accurately known to us during a measurement। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕਲੀਅਰ ਹੋ ਗਿਆ ਬੇਟੇ? ਦੇਖੋ ਇਹਦੇ ਨਾਲ ਹੀ ਟੌਪਿਕ ਦੇ ਵਿੱਚ ਹੀ ਆਪਣੇ ਕੋਲ ਕੀ ਹੈ, ਲੀਸਟ ਕਾਊਂਟ। ਲੀਸਟ ਕਾਊਂਟ, what is a least count? ਲੀਸਟ ਕਾਊਂਟ ਦਾ ਮਤਲਬ the minimum value that can be measured with the help of a device। ਜਿਹੜਾ ਵੀ ਤੁਸੀਂ ਡਿਵਾਈਸ ਯੂਜ਼ ਕਰ ਰਹੇ ਹੋ, ਜਿਹੜੀ ਛੋਟੀ ਤੋਂ ਛੋਟੀ ਵੈਲਿਊ ਉਹ ਮੈਜਰ ਕਰ ਸਕਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਆ, ਉਸ ਡਿਵਾਈਸ ਦਾ ਲੀਸਟ ਕਾਊਂਟ। ਕਲੀਅਰ ਹੋਇਆ ਕਿ ਨਹੀਂ ਹੋਇਆ? एग्जाम्पल देना फिर समझो। पहला डेफिनेशन लिख ली, इट इज द मिनिमम वैल्यू दैट कैन बी एक्यूरेटली measured, that can be accurately measured with the given device। ਜਿਹੜਾ ਵੀ ਤੁਸੀਂ ਡਿਵਾਈਸ ਯੂਜ਼ ਕਰ ਰਹੇ ਹੋ, ਠੀਕ ਹੈ ਜੀ, ਇਹ ਉਹਦੀ ਮਿਨੀਮਮ ਵੈਲਿਊ ਹੈ। ਜਿਵੇਂ ਆਪਾਂ ਗੱਲ ਕਰੀਏ, ਆਪਾਂ ਗੱਲ ਕਰ ਰਹੇ ਸੀਗੇ ਸਕੇਲ ਦੀ। ਕਿਹਦੀ ਗੱਲ ਕਰ ਰਹੇ ਸੀ ਬੇਟੇ ਆਪਾਂ? ਸਕੇਲ। ਸਕੇਲ ਇਸ ਤਰ੍ਹਾਂ ਦਾ ਹੁੰਦਾ, ਠੀਕ ਹੈ ਜੀ। ਆਪਣੇ ਕੋਲ ਕੀ ਹੈ ਇਸ ਤਰ੍ਹਾਂ ਦਾ, ਆਪਣੇ ਕੋਲ ਕੀ ਹੁੰਦਾ, ਸਕੇਲ ਹੁੰਦਾ ਬੇਟੇ। ਜਿਹਨੂੰ ਆਪਾਂ ਕਹਿੰਦੇ ਰੂਲਰ ਜਾਂ ਸਕੇਲ। ਇਹਦੇ ਉੱਪਰ ਦੇਖੋ ਬੇਟੇ ਇਸ ਤਰ੍ਹਾਂ ਨਾਲ ਲਾਈਨਾਂ ਲੱਗੀਆਂ ਹੁੰਦੀਆਂ, 1 2 3 4 ਫਿਰ 5 ਤੇ ਇਸ ਤਰ੍ਹਾਂ ਨਾਲ, ਫਿਰ 1 2 3 4 5 ਇੱਥੇ ਲਿਖਿਆ ਹੁੰਦਾ 1। ਐਂ ਲਿਖਿਆ ਹੁੰਦਾ ਨਾ, ਸੈਂਟੀਮੀਟਰ ਵਾਲੇ ਪਾਸੇ ਆਪਾਂ ਜਾਈਏ, ਫਿਰ ਆਪਣੇ ਕੋਲ ਲਿਖਿਆ ਹੁੰਦਾ ਹੈ 1 2 3 4 5 1 2 3 4 5, ਇਹਦਾ ਲਿਖਿਆ ਹੁੰਦਾ 2। ਇਹ ਵਾਲਾ ਸਕੇਲ ਆਪਣੇ ਕੋਲ ਕੀ ਹੁੰਦਾ, ਇੱਧਰ ਸੈਂਟੀਮੀਟਰ, ਉੱਪਰ ਆਪਣੇ ਕੋਲ ਕੀ ਹੁੰਦਾ, ਇੰਚ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਛੋਟੀ ਤੋਂ ਛੋਟੀ ਵੈਲਿਊ ਜਿਹੜੀ ਇਹ ਰੂਲਰ ਮੈਜਰ ਕਰ ਸਕਦਾ ਹੈ, ਉਹ ਆਪਣੇ ਕੋਲ ਕਿਹੜੀ ਹੈ? ਸਿਰਫ ਆਹ ਵੈਲਿਊ ਹੀ ਹੈ, ਸਿੰਗਲ ਲਾਈਨ। ਕਲੀਅਰ ਹੋਇਆ ਕਿ ਨਹੀਂ ਹੋਇਆ? ਇੱਕ ਸਕੇਲ ਹੈ ਜਿਹੜੀ ਉਹ ਛੋਟੀ ਤੋਂ ਛੋਟੀ ਵੈਲਿਊ ਕਿੰਨੀ ਮੈਜਰ ਕਰ ਸਕਦਾ ਹੈ, ਸਿਰਫ ਇੱਥੋਂ ਤੱਕ। ਜੇ ਇਸ ਤੋਂ ਛੋਟੀ ਵੈਲਿਊ ਆਊਗੀ ਤਾਂ ਸਕੇਲ ਮੈਜਰ ਨਹੀਂ ਕਰ ਸਕਦਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ 10 ਲਾਈਨਸ ਹੈ ਜਿਹੜੀਆਂ, ਉਹ ਕਿੰਦੇ ਬਰਾਬਰ ਹੈ? 1 ਸੈਂਟੀਮੀਟਰ ਦੇ। 1 ਸੈਂਟੀਮੀਟਰ ਦੇ ਵਿੱਚ ਕਿੰਨੀਆਂ ਲਾਈਨਾਂ ਬੇਟੇ? 10 ਹੈ। ਤੇ 1 ਲਾਈਨ ਕਿੰਦੇ ਬਰਾਬਰ ਹੋ ਗਈ ਫਿਰ? 1/10 ਆਫ ਏ ਸੈਂਟੀਮੀਟਰ। ਦੱਸੋ ਬੇਟੇ, ਕਲੀਅਰ ਹੋਇਆ ਕਿ ਨਹੀਂ ਹੋਇਆ? 1/10 ਆਫ ਏ ਸੈਂਟੀਮੀਟਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਨਾਂ ਮਤਲਬ ਜਿਹੜਾ ਸਕੇਲ ਹੈ ਉਹ ਛੋਟੀ ਤੋਂ ਛੋਟੀ ਵੈਲਿਊ ਕਿੰਨੀ ਮੈਜਰ ਕਰ ਸਕਦਾ ਹੈ? 0.1 ਸੈਂਟੀਮੀਟਰ। ਕਿੰਨੀ ਮੈਜਰ ਕਰ ਸਕਦਾ ਹੈ? ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? So what is 0.1 centimeter? It is the least count of ruler. It is the least count of the
क्लियर होया कि नहीं होया बेटे? लीस्ट काउंट क्लियर हो गया कि नहीं हो गया? इट इज द मिनिमम वैल्यू दैट कैन बी मेजर्ड विद द डिवाइस इज कॉल्ड द लीस्ट काउंट ऑफ दैट डिवाइस। क्लियर होया कि नहीं होया? ਇਹਦਾ ਮਤਲਬ ਕੋਈ ਹੋਰ ਡਿਵਾਈਸ ਹੋਵੇ, ਅਨਦਰ ਡਿਵਾਈਸ ਹੋਵੇ ਕੋਈ ਅਦਰ ਦੈਨ ਰੂਲਰ। ਠੀਕ ਹੈ ਜੀ, ਜਿਵੇਂ ਮੰਨ ਲਓ ਵਰਨੀਅਰ ਕੈਲੀਪਰ, ਜਾਂ ਆਪਣੇ ਕੋਲ ਕੀ ਹੁੰਦਾ ਸਕਰੂ ਗੇਜ। ਠੀਕ ਹੈ ਜੀ, ਇਹ ਆਪਣੇ ਕੋਲ ਕੀ ਕਰ ਸਕਦੇ ਆ ਬੇਟੇ, ਇਹ ਇਸ ਤਰ੍ਹਾਂ ਦੀਆਂ ਰੀਡਿੰਗਸ ਲੈ ਸਕਦੇ ਆ। 0 ਇੱਥੇ 0.1 ਸੈਂਟੀਮੀਟਰ ਜਾਂ 0.001 ਸੈਂਟੀਮੀਟਰ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇਹਨਾਂ ਦੋਵਾਂ ਚੋਂ ਜ਼ਿਆਦਾ ਐਕੂਰੇਸੀ ਕਿੰਦੀ ਹੋਊਗੀ? ਮੋਰ ਐਕੂਰੇਟ ਕਿਹੜਾ ਹੋਊਗਾ ਬੇਟੇ? ਮੋਰ ਐਕੂਰੇਸੀ ਕਿੰਦੀ ਹੋਊਗੀ? ਦੇਖੋ ਬੇਟੇ, ਆ ਜ਼ਿਆਦਾ ਐਕੂਰੇਟ ਹੋਊਗਾ ਕਿ ਆ ਜ਼ਿਆਦਾ ਐਕੂਰੇਟ ਹੋਊਗਾ, ਕਿ ਆ ਟਰਮ ਜ਼ਿਆਦਾ ਐਕੂਰੇਟ ਹੋਊਗੀ? ਵਿਚ ਇਜ਼ ਮੋਰ ਐਕੂਰੇਟ? ਤਿੰਨਾਂ ਦੇ ਵਿੱਚੋਂ ਜ਼ਿਆਦਾ ਐਕੂਰੇਟ ਕਿਹੜਾ ਹੈ? ਮੈਂ ਸਕੇਲ ਦੀ ਗੱਲ ਨਹੀਂ ਕਰ ਰਿਹਾ ਬੇਟੇ, ਸਕੇਲ ਦੀ ਗੱਲ ਨਹੀਂ ਕਰ ਰਿਹਾ ਵੀ ਤੁਹਾਡਾ ਸਕੇਲ ਕਿਹੜਾ ਮੇਜਰ ਕਰ ਰਿਹਾ, ਇਹਦੀ ਗੱਲ ਨਹੀਂ ਕਰ ਰਹੇ, ਇਨ ਜਨਰਲ ਗੱਲ ਕਰ ਰਹੇ ਆ ਵੀ ਤਿੰਨਾਂ ਰੀਡਿੰਗ ਚੋਂ ਕਿਹੜੀ ਰੀਡਿੰਗ ਜ਼ਿਆਦਾ ਐਕੂਰੇਟ ਹੈ, ਆਹ ਵਾਲੀ। ਕਿਉਂਕਿ ਇਹ ਕੀ ਕਰ ਰਹੀ ਹੈ, 3 ਡੈਸੀਮਲ ਪਲੇਸ ਤੱਕ ਜਿਹੜੀ ਵੈਲਿਊ ਮੇਜਰ ਕਰਕੇ ਦੇ ਰਹੀ ਹੈ, ਇਹ 2 ਡੈਸੀਮਲ ਪਲੇਸ ਤੱਕ ਮੇਜਰ ਕਰਕੇ ਦੇ ਰਹੀ ਹੈ, ਤੇ ਇਹ 1 ਡੈਸੀਮਲ ਪਲੇਸ ਤੱਕ ਦੇ ਰਹੀ ਹੈ। ਇਹਦਾ ਮਤਲਬ ਦਿਸ ਇਜ਼ ਮੋਰ ਐਕੂਰੇਟ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਹੁਣ ਇਹਦੇ ਵਿੱਚ ਡਿਜਿਟ ਕਿੰਨੇ ਆ ਜਿਹੜੇ ਸਾਨੂੰ ਐਕੂਰੇਟਲੀ ਨੋਨ ਹੈ? 4। ਸਿਗਨੀਫੀਕੈਂਟ ਫਿਗਰਸ ਕਿੰਨੀਆਂ? 4। ਇਹਦੇ ਵਿੱਚ ਕਿੰਨੀਆਂ? 3 ਸਿਗਨੀਫੀਕੈਂਟ ਫਿਗਰਸ। ਇਹਦੇ ਵਿੱਚ ਕਿੰਨੀਆਂ ਬੇਟੇ? 2 ਸਿਗਨੀਫੀਕੈਂਟ ਫਿਗਰਸ। ਇਹਦਾ ਮਤਲਬ ਸਾਨੂੰ ਕੀ ਪਤਾ ਲੱਗਿਆ, ਜਿੰਨੀ ਸਿਗਨੀਫੀਕੈਂਟ ਫਿਗਰਸ ਵੱਧ ਰਹੀਆਂ ਉਨੀ ਐਕੂਰੇਸੀ ਵੀ ਕੀ ਹੋ ਰਹੀ ਹੈ, ਵੱਧ ਰਹੀ ਹੈ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹੀ ਪੁਆਇੰਟ ਆਪਾਂ ਨੋਟ ਕਰਨਾ ਸੀ। more will be the significant figures, more will be the accuracy। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? more will be the significant figures, more will be the accuracy, more will be the। ਇਹਦਾ ਮਤਲਬ ਜਿੰਨੀਆਂ ਸਿਗਨੀਫੀਕੈਂਟ ਫਿਗਰਸ ਵਧੀਆਂ ਜਾਣਗੀਆਂ ਉਨੀ ਐਕੂਰੇਸੀ ਵੱਧਦੀ ਜਾਊਗੀ। ਤਾਂ ਕਰਕੇ ਸਾਨੂੰ ਜ਼ਿਆਦਾ ਸਿਗਨੀਫੀਕੈਂਟ ਫਿਗਰਸ ਚਾਹੀਦੀਆਂ ਹੁੰਦੀਆਂ ਜਿੱਥੇ ਸਾਨੂੰ ਐਕੂਰੇਸੀ ਲੈਵਲ ਉੱਚਾ ਚਾਹੀਦਾ। ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ, ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਐਕੂਰੇਸੀ ਹੈ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਵਿਦ ਦੀ ਸਿਗਨੀਫੀਕੈਂਟ ਫਿਗਰਸ। ਐਕੂਰੇਸੀ ਆਪਣੇ ਕੋਲ ਕੀ ਹੈ, ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਨੰਬਰ ਆਫ ਸਿਗਨੀਫੀਕੈਂਟ। ਕੱਲਾ ਸਿਗਨੀਫੀਕੈਂਟ ਫਿਗਰ ਨਹੀਂ ਬੇਟੇ, ਇੱਥੇ ਆਪਣੇ ਕੋਲ ਕੀ ਹੈ, ਨੰਬਰ ਆਫ ਸਿਗਨੀਫੀਕੈਂਟ ਫਿਗਰਸ। ਜਿੰਨੀਆਂ ਫਿਗਰਸ ਵਧੀਆਂ ਜਾਣਗੀਆਂ ਉਨੀ ਐਕੂਰੇਸੀ ਵੱਧਦੀ ਜਾਊਗੀ। ਠੀਕ ਹੈ, ਹੁਣ ਦੇਖੋ ਆਪਾਂ ਨੂੰ ਕੁਐਸਚਨ ਕੀ ਆਊਗਾ। ਕੁਐਸਚਨ ਆਊਗਾ what are significant figures, what are the rules, what are the rules for significant figures, rules for significant figures। ਦੇਖੋ ਬੇਟੇ ਇੰਪੋਰਟੈਂਟ ਹੈ, ਧਿਆਨ ਨਾਲ ਨੋਟ ਕਰਦੇ ਜਾਇਓ। ਫਸਟ, ਪਹਿਲਾ ਰੂਲ ਕੀ ਕਹਿੰਦਾ ਹੈ? ਕਹਿੰਦਾ all the non zero, all the non zero digits are significant, all the non zero digits are significant। ਤੁਸੀਂ ਕੋਈ ਮੈਜਰਮੈਂਟ ਜਾਂ ਤੁਹਾਡੇ ਕੋਲ ਕੋਈ ਵੈਲਿਊ ਦਿੱਤੀ ਹੋਈ ਹੈ, ਜੇ ਮੰਨ ਲਓ ਐਗਜ਼ਾਮਪਲ ਆਪਾਂ ਕਹੀਏ ਆਪਣੇ ਕੋਲ ਵੈਲਿਊ ਦਿੱਤੀ ਹੈ 1 2 3 4। ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ ਬੇਟੇ ਇਹਦੇ ਵਿੱਚ? 4। ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ? 4, because all the significant figures which are
नॉन जीरो आर इंपॉर्टेंट और आर सिग्निफिकेंट। ठीक है जी, ऑल दी डिजिट्स विच आर नॉन जीरो आर सिग्निफिकेंट। क्लियर होया कि नहीं होया बेटे पहला रूल? सेकंड रूल देखो, सेकंड रूल की कहता है ऑल दी जीरोज occurring between all the zeros occurring between two non-zero two non-zero digit are significant। ਪਹਿਲੇ ਦੇ ਵਿੱਚ ਕਿਹਾ ਵੀ ਜਿਹੜੀ ਜ਼ੀਰੋ ਹੈ ਉਹ ਸਿਗਨੀਫੀਕੈਂਟ ਨਹੀਂ ਹੈਗੀ। ਦੂਜੇ ਦੇ ਵਿੱਚ ਅਸੀਂ ਕਿਹਾ ਹੈ ਵੀ ਜੇਕਰ ਜ਼ੀਰੋ ਦੋ ਨਾਨ ਜ਼ੀਰੋ ਡਿਜਿਟ ਦੇ ਵਿੱਚ ਆ ਜੇ ਤਾਂ ਉਹ ਸਿਗਨੀਫੀਕੈਂਟ ਹੁੰਦੀ ਹੈ। ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ? 3 3 1 2 3। ਬਿਕੋਜ਼ ਇਹ ਆਪਣੇ ਕੋਲ ਕੀ ਹੈ, ਬਿਟਵੀਨ ਟੂ ਨਾਨ ਜ਼ੀਰੋ ਡਿਜਿਟ ਆ ਗਈ। ਜਾਂ ਆਪਾਂ ਕਹੀਏ 1001, ਇੱਥੇ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ ਬੇਟੇ? 4। ਵੈਰੀ ਗੁੱਡ ਬੇਟੇ, ਸ਼ਾਬਾਸ਼। क्लियर होया कि नहीं होया? ठीक है, नेक्स्ट रूल देखो, थर्ड, इन ए नंबर लेस देन वन, इन ए नंबर लेस देन वन कहना मतलब 0 पॉइंट समथिंग। ठीक है जी, ऑल दी जीरोज, ऑल दी टू दी लेफ्ट ऑफ दी, टू दी लेफ्ट ऑफ दी डेसिमल, टू दी लेफ्ट ऑफ दी डेसिमल, लेफ्ट नहीं बेटे इतने करो राइट, ऑल दी जीरोज टू दी right of the decimal and to the left of the non-zero digit, to the left of non-zero digit followed after decimal, after decimal are not significant, are not, समझो इनू की कहंदा है, इन्हें नंबर लेस देन वन, कोई नंबर अपने कोल की है लेस देन वन है, कोई नंबर अपने कोल की है लेस देन वन है, जिवें मान लो आप लिखता 0.0054। क्लियर होया कि नहीं होया? इन्हें नंबर लेस देन वन हो गया, ऑल दी जीरोस टू दी राइट ऑफ द डेसिमल पॉइंट, डेसिमल पॉइंट दा आ वाला साइड केड़ा हो गया? राइट हो गया। एंड टू द लेफ्ट ऑफ द नॉन जीरो डिजिट, आ नॉन जीरो डिजिट है इंदा इधरली साइड की होगी? लेफ्ट होगी। ऑल दी जीरोस टू द राइट ऑफ द डेसिमल पॉइंट एंड टू द लेफ्ट ऑफ द नॉन जीरो डिजिट, लेफ्ट ऑफ द नॉन जीरो डिजिट आर नॉट सिग्निफिकेंट, आर नॉट, ਇਹਦਾ ਮਤਲਬ ਦੋ ਜ਼ੀਰੋ ਸਾਡੇ ਵਾਸਤੇ ਕੀ ਹੈ? ਸਿਗਨੀਫੀਕੈਂਟ ਹੈ ਨਹੀਂ ਗਿਆ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੈ? 2। ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੈ? ਜੇ ਮੰਨ ਲਓ ਆਪਾਂ ਐਗਜ਼ਾਮਪਲ ਲਈਏ 2.06, ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੀਆਂ ਹੈ? 1 1। ਇਹਨੇ ਨੰਬਰ ਲੈਸ ਦੈਨ 1, ਡੈਸੀਮਲ ਪੁਆਇੰਟ ਦੀ ਇਧਰਲੀ ਸਾਈਡ ਤੇ ਨਾਨ ਜ਼ੀਰੋ ਡਿਜਿਟ ਦੇ ਇਧਰਲੀ ਸਾਈਡ ਤੇ ਜਿਹੜੀਆਂ ਵਿੱਚ ਜ਼ੀਰੋ ਆ ਗਈਆਂ ਉਹ ਸਾਡੇ ਲਈ ਸਿਗਨੀਫੀਕੈਂਟ ਹੈ ਨਹੀਂ, ਉਹ ਸਾਡੇ ਵਾਸਤੇ ਸਿਗਨੀਫੀਕੈਂਟ ਹੈ ਨਹੀਂ ਗਿਆ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਕਿਹੜੀ ਬੇਟੇ?
की कह रहे हो बेटे? ਕਿਹੜੀ ਬੇਟੇ? ਆਹ ਵਾਲੀ? ਹਾਂ, ਇਹਨੂੰ ਆਪਾਂ ਵੈਸੇ ਹੀ ਨਹੀਂ ਲੈਂਦੇ ਨਾ, ਜ਼ੀਰੋ ਦਾ ਮਤਲਬ ਕੀ ਹੁੰਦਾ? ਇਹਨੂੰ ਆਪਾਂ ਵੈਸੇ ਹੀ ਜ਼ੀਰੋ ਹੀ ਮੰਨਦੇ ਆ। ਇਹ ਵੈਸੇ ਹੀ ਸਾਡੇ ਵਾਸਤੇ ਸਿਗਨੀਫੀਕੈਂਟ ਹੁੰਦੀ ਨਹੀਂ। ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ? ਕਲੀਅਰ ਹੈ? ਇੱਕ ਐਗਜ਼ਾਮਪਲ ਹੋਰ ਦੇਵਾਂ। 0.0058। ਇਹਦੇ ਚ ਦੇਖੋ ਬੇਟੇ, ਡੈਸੀਮਲ ਪੁਆਇੰਟ ਦੇ ਲੈਫਟ ਹੈਂਡ ਸਾਈਡ ਤੇ ਨਾਨ ਜ਼ੀਰੋ ਡਿਜਿਟ ਦੇ ਰਾਈਟ ਹੈਂਡ ਸਾਈਡ ਤੇ ਕਿੰਨੀਆਂ ਜ਼ੀਰੋਜ਼ ਹੈ? ਦੋ। ਇਹ ਦੋ ਸਾਡੇ ਲਈ ਸਿਗਨੀਫੀਕੈਂਟ ਹੈਗੀਆਂ ਕਿ ਨਹੀਂ ਹੈਗੀਆਂ? ਨਾਟ ਸਿਗਨੀਫੀਕੈਂਟ। ਸੋ ਕਿੰਨੀਆਂ ਫਿਗਰ ਸਿਗਨੀਫੀਕੈਂਟ ਹੋ ਗਈਆਂ ਆਪਣੇ ਕੋਲ ਇੱਥੇ? 2। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਲੀਅਰ ਹੈ ਬੇਟੇ? ਨੈਕਸਟ ਰੂਲ ਦੇਖੋ ਫਿਰ। ਇੰਨੇ ਨੰਬਰ ਇੰਨੇ ਨੰਬਰ zeros after the last non-zero digit are not significant, are not। एग्जाम्पल देखो, मान लो आप लिखे 4500, 4500। नॉन जीरो लास्ट डिजिट की है 5। उस तो बाद ਕਿਹੜੀਆਂ ਜ਼ੀਰੋ ਆਈਆਂ 2। ਇਹ ਆਪਣੇ ਵਾਸਤੇ ਸਿਗਨੀਫੀਕੈਂਟ ਹੈ ਨਹੀਂ ਗਿਆ। ਇਹਦਾ ਮਤਲਬ ਕਿੰਨੇ ਸਿਗਨੀਫੀਕੈਂਟ ਫਿਗਰਸ ਹੋ ਗਏ ਬੇਟੇ ਇੱਥੇ ਆਪਣੇ ਕੋਲੇ? 2। ਕਿੰਨੇ ਸਿਗਨੀਫੀਕੈਂਟ ਫਿਗਰ ਹੋ ਗਏ? 2। ਕਲੀਅਰ ਹੋਇਆ ਕਿ ਨਹੀਂ ਹੋਇਆ? ਇਸੇ ਦੇ ਵਿੱਚ ਇੱਕ ਐਕਸੈਪਸ਼ਨ ਹੈਗੀ ਹੈ। ਸੈਕੰਡ ਪਾਰਟ ਆਪਣੇ ਕੋਲ ਕੀ ਹੈ? if that number came from a measurement, if a number came from a measurement, if a number came from a measurement, then these zeros will become significant, will become। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ? ਦੇਖੋ, ਮੈਜਰਮੈਂਟ ਦਾ ਮਤਲਬ ਇਹਦੇ ਪਿੱਛੇ ਲਿਖਿਆ ਹੋਵੇ 4500 ਮੀਟਰ। ਮੀਟਰ ਆ ਗਿਆ ਨਾ, ਤਾਂ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਬਣ ਗਈਆਂ ਇੱਥੇ? 4। ਕਿੰਨੀਆਂ ਬਣ ਗਈਆਂ? ਜਾਂ ਲਿਖਿਆ ਹੋਵੇ 4500 ਰੁਪੀਜ਼। ਹੁਣ ਕਿਸੇ ਦੇ ਆਪਾਂ 4500 ਰੁਪਏ ਵਾਪਸ ਕਰਨੇ ਹੋਣ ਤਾਂ ਆਪਾਂ ਇਕੱਲੇ 45 ਰੁਪਏ ਤਾਂ ਵਾਪਸ ਨਹੀਂ ਕਰ ਸਕਦੇ ਨਾ। ਉੱਤੇ ਜ਼ੀਰੋ ਕੀ ਹੈ ਆਪਣੇ ਵਾਸਤੇ? ਇੰਪੋਰਟੈਂਟ। ਦੱਸੋ ਬੇਟੇ, ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਜ਼ੀਰੋਜ਼ ਹੈ ਜਿਹੜੀਆਂ, ਉਹ ਸਾਡੇ ਵਾਸਤੇ ਇੰਪੋਰਟੈਂਟ ਨਹੀਂ ਹੁੰਦੀਆਂ, ਲਾਸਟ ਆਫ ਦੀ ਨਾਨ ਜ਼ੀਰੋ ਡਿਜਿਟ। ਠੀਕ ਹੈ ਜੀ। ਬਟ ਇਹ ਇੰਪੋਰਟੈਂਟ ਬਣ ਜਾਂਦੀਆਂ ਜਦੋਂ ਆਪਣੇ ਕੋਲ ਕੀ ਹੁੰਦਾ, ਇਹ ਫਿਗਰ ਆਪਣੇ ਕੋਲ ਕਿੱਥੋਂ ਆਈ ਹੈ? ਫॉर ਐਨੀ ਟਾਈਪ ਆਫ ਦੀ ਮੈਜਰਮੈਂਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਤੇ ਅੱਜ ਫਿਰ ਬੇਟੇ ਆਪਾਂ ਇੰਨਾ ਹੀ ਕਰਾਂਗੇ ਸਿਗਨੀਫੀਕੈਂਟ ਫਿਗਰਸ ਤੱਕ। ਕੱਲ ਮੈਂ ਤੁਹਾਨੂੰ ਕਰਵਾਉਂਗਾ ਰਾਉਂਡ ਆਫ ਤੇ ਫਿਰ ਕੈਲਕੂਲੇਸ਼ਨਸ ਫॉर ਸਿਗਨੀਫੀਕੈਂਟ ਫਿਗਰਸ। ਇਹਦੇ ਵਾਸਤੇ ਬੇਟੇ ਮੈਂ ਤੁਹਾਨੂੰ ਗਰੁੱਪ ਦੇ ਵਿੱਚ 4-5 ਜਿਹੜੀਆਂ ਉਹ ਨੂਮੈਰੀਕਲ ਪਾਉਂਗਾ, ਇਹਦੇ ਨਾਲ ਤੁਸੀਂ ਉਹਦੀਆਂ ਵੈਲਿਊਜ਼ ਕੈਲਕੂਲੇਟ ਕਰਕੇ ਦੱਸਣੀ ਵੀ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੈਗੀ। ਠੀਕ ਹੈ ਬੇਟੇ? ਠੀਕ ਹੈ ਬੇਟੇ।